ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹੋਰ ਦੇਸ਼ਾਂ ਦੇ ਲੀਡਰਾਂ ਦੇ ਨਾਲ G20 ਸੰਮੇਲਨ ਤੇ ਕੀਤੀ ਗੱਲਬਾਤ। ਕਾਰਬਨ ਟੈਕਸ ਦਾ ਦੁਨੀਆ ਪੱਧਰ ਦੇ ਉੱਤੇ ਕੀਤਾ ਜ਼ਿਕਰ। ਓਨਟਾਰੀਓ ਸੂਬੇ ਵਿੱਚ ਫਿਰ ਵਧਣ ਜਾ ਰਹੀਆਂ ਨੇ ਤਨਖਾਹਾਂ। ਦੱਸਾਂਗੇ ਪ੍ਰੀਮੀਅਰ ਡਗ ਫੋਰਡ ਦੇ ਤਾਜ਼ਾ ਐਲਾਨ ਦੇ ਬਾਰੇ। ਟੋਰਾਂਟੋ ਵਿੱਚ ਇੱਕ ਪੁਲਿਸ ਥਾਣੇ ਦੇ ਉੱਤੇ ਚਲਾਈਆਂ ਗਈਆਂ ਗੋਲੀਆਂ। ਇੰਟਰਨੈਸ਼ਨਲ ਫਲਾਈਟਸ ਦੇ ਬਾਰੇ ਕੈਨੇਡਾ ਦੇ ਟਰਾਂਸਪੋਰਟ ਮੰਤਰੀ ਦਾ ਤਾਜ਼ਾ ਐਲਾਨ। ਦਵਾਂਗੇ ਇਸ ਦੇ ਬਾਰੇ ਵੀ ਜਾਣਕਾਰੀ। ਸਤੰਬਰ ਮਹੀਨੇ ਕੈਨੇਡਾ ਨੇ 45,000 ਪ੍ਰਵਾਸੀਆਂ ਨੂੰ ਕੀਤਾ ਪੱਕੇ। ਰਿਕਾਰਡ ਤੋੜ ਅੰਕੜੇ ਆ ਰਹੇ ਨੇ ਸਾਹਮਣੇ। ਰਿਚਮੰਡ ਵਿੱਚ ਗੰਭੀਰ ਸੜਕ ਹਾਦਸਾ ਵਾਪਰਿਆ। ਸਭ ਤੋਂ ਪਹਿਲਾਂ ਤੁਹਾਨੂੰ ਜਾਣਕਾਰੀ ਦੇਵਾਂਗੇ, ਜੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ G20 ਸੰਮੇਲਨ ਦੇ ਵਿੱਚ ਹਿੱਸਾ ਲੈਣ ਪਹੁੰਚੇ ਤਾਂ ਉੱਥੇ ਰਾਸ਼ਟਰਪਤੀ ਜੋ ਬਾਈਡਨ ਤੇ ਨਾਲ ਹੀ ਹੋਰ ਦੇਸ਼ਾਂ ਦੇ ਲੀਡਰਾਂ ਦੇ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਤੇ ਇਸ ਦੇ ਨਾਲ ਹੀ ਉਹਨਾਂ ਨੇ ਸੰਬੋਧਨ ਵੀ ਕੀਤਾ, ਜਿਸ ਦੇ ਵਿੱਚ ਖਾਸ ਤੌਰ ਦੇ ਉੱਤੇ ਕੈਨੇਡਾ ਦੇ ਵੱਲੋਂ ਵਾਤਾਵਰਣ ਸੰਬੰਧੀ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਨੇ ਜੋ ਕਾਰਬਨ ਟੈਕਸ ਲਗਾਇਆ ਗਿਆ ਉਸ ਦੇ ਬਾਰੇ ਜ਼ਿਕਰ ਕੀਤਾ ਤੇ ਨਾਲ ਹੀ ਆਪਣੇ ਦੇਸ਼ ਦੇ ਵੱਲੋਂ ਬਣਾਏ ਗਏ ਟੀਚੇ ਦੇ ਬਾਰੇ ਦੱਸਿਆ ਕਿ ਵਾਤਾਵਰਣ ਨੂੰ ਲੈ ਕੇ ਕਿਸ ਤਰ੍ਹਾਂ ਦੇ ਕਦਮ ਚੁੱਕੇ ਜਾ ਰਹੇ ਨੇ। ਅਗਲੀ ਖਬਰ ਹੈ ਕਿ ਓਨਟਾਰੀਓ ਦੇ ਵਿੱਚ ਮੁੜ ਤੋਂ ਤਨਖਾਹਾਂ ਵਧਣ ਜਾ ਰਹੀਆਂ ਨੇ। ਇਸ ਦੇ ਬਾਰੇ ਹੁਣ ਜਾਣਕਾਰੀ ਦੇਵਾਂਗੇ। ਓਨਟਾਰੀਓ ਵਿੱਚ ਸੂਬਾ ਸਰਕਾਰ ਨੇ ਮੁੜ ਤੋਂ ਘੱਟੋ-ਘੱਟ ਤਨਖਾਹ ਵਧਾਉਣ ਦਾ ਐਲਾਨ ਕਰ ਦਿੱਤਾ ਹੈ। ਅਕਤੂਬਰ ਦੀ ਸ਼ੁਰੂਆਤ ਦੇ ਵਿੱਚ ਤਨਖਾਹਾਂ ਵਧਾਈਆਂ ਗਈਆਂ ਸਨ ਤੇ ਹੁਣ ਨਵੇਂ ਸਾਲ ਦੇ ਵਿੱਚ ਮੁੜ ਤੋਂ ਤਨਖਾਹਾਂ ਵਧਾਈਆਂ ਜਾਣਗੀਆਂ, ਜਿਸ ਦੇ ਬਾਰੇ ਪ੍ਰੀਮੀਅਰ ਡਗ ਫੋਰਡ ਨੇ ਅੱਜ ਹੀ ਐਲਾਨ ਕੀਤਾ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਘੱਟੋ-ਘੱਟ ਤਨਖਾਹ 1 ਜਨਵਰੀ ਤੋਂ $15 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਕੀਤੀ ਜਾਵੇਗੀ, ਜੋ ਕਿ ਓਨਟਾਰੀਓ ਵਿੱਚ ਇਸ ਸਮੇਂ $14.35 ਹੈ। ਤਨਖਾਹ ਦੇ ਵਿੱਚ ਇਹ ਵਾਧਾ ਹੋ ਰਿਹਾ ਹੈ, ਜਿਸ ਦੇ ਵਿੱਚ ਪ੍ਰੀਮੀਅਰ ਨੇ ਕਿਹਾ ਕਿ ਇਸ ਦੇ ਨਾਲ 7,60,000 ਕਾਮਿਆਂ ਨੂੰ ਫਾਇਦਾ ਹੋਵੇਗਾ ਕਿ ਨਵੇਂ ਸਾਲ ਦੇ ਵਿੱਚ ਉਹਨਾਂ ਨੂੰ ਹੁਣ ਪਹਿਲਾਂ ਨਾਲੋਂ ਵੱਧ ਤਨਖਾਹ ਮਿਲਣੀ ਸ਼ੁਰੂ ਹੋਵੇਗੀ, ਜਿਸ ਦੇ ਲਈ ਕਾਮਿਆਂ ਨੂੰ ਉਤਸ਼ਾਹਿਤ ਕੀਤੇ ਜਾਣ ਦਾ ਵੀ ਇਹ ਇੱਕ ਤਰੀਕਾ ਹੈ ਕਿ ਉਹਨਾਂ ਨੂੰ ਵਧੀਆ ਮਹਿਸੂਸ ਹੋਵੇਗਾ। ਓਨਟਾਰੀਓ ਵਿੱਚ ਸੂਬਾ ਸਰਕਾਰ ਨੇ ਜਦੋਂ ਇਹ ਐਲਾਨ ਕੀਤਾ ਉਸੇ ਸਮੇਂ ਓਨਟਾਰੀਓ ਵਿੱਚ ਕਾਮਿਆਂ ਦੀ ਕਮੀ ਦੇ ਨਾਲ ਵੀ ਵੱਡੀ ਗਿਣਤੀ ਵਪਾਰ ਨਜਿੱਠ ਰਹੇ ਨੇ, ਜਿਸ ਨੂੰ ਲੈ ਕੇ ਪ੍ਰੀਮੀਅਰ ਡਗ ਫੋਰਡ ਨੂੰ ਵੀ ਕਾਫੀ ਜ਼ਿਆਦਾ ਸਵਾਲ ਪੁੱਛੇ ਜਾ ਚੁੱਕੇ ਨੇ, ਜਿਨ੍ਹਾਂ ਦੇ ਵੱਲੋਂ ਪਹਿਲਾਂ ਇਹ ਬਿਆਨ ਵੀ ਦਿੱਤਾ ਗਿਆ ਸੀ ਕਿ ਉਹ ਉਹਨਾਂ ਦਾ ਸਵਾਗਤ ਕਰਦੇ ਨੇ ਜਿਹੜੇ ਸੂਬੇ ਵਿੱਚ ਆ ਕੇ ਮਿਹਨਤ ਦੇ ਨਾਲ ਕੰਮ ਕਰਨ, ਪੈਸਾ ਕਮਾਉਣ, ਪਰ ਜਿਹੜੇ ਸੂਬੇ ਵਿੱਚ ਆਉਣ ਤੇ ਨਾਲ ਹੀ ਸਰਕਾਰੀ ਪੈਸੇ ਦੇ ਉੱਤੇ ਰਹਿਣ ਦੀ ਕੋਸ਼ਿਸ਼ ਕਰਨ, ਉਹਨਾਂ ਦੇ ਲਈ ਉਹ ਕਹਿਣਾ ਚਾਹੁੰਦੇ ਨੇ ਕਿ ਉਹ ਕਿਤੇ ਹੋਰ ਚਲੇ ਜਾਣ। ਇਸ ਸਮੇਂ ਓਨਟਾਰੀਓ ਹੀ ਨਹੀਂ ਸਗੋਂ ਕੈਨੇਡਾ ਭਰ ਵਿੱਚ ਕਾਮਿਆਂ ਦੀ ਕਮੀ ਦੇ ਨਾਲ ਵੱਡੀ ਗਿਣਤੀ ਵਪਾਰ ਨਜਿੱਠ ਰਹੇ ਨੇ, ਜਿੱਥੇ ਕਿ ਉਹਨਾਂ ਨੂੰ ਕਾਮਿਆਂ ਦੀ ਜ਼ਿਆਦਾ ਤੋਂ ਜ਼ਿਆਦਾ ਲੋੜ ਹੈ ਤੇ ਇਸੇ ਨੂੰ ਲੈ ਕੇ ਕਦਮ ਵੀ ਚੁੱਕੇ ਜਾ ਰਹੇ ਨੇ। ਪਰ ਇਸ ਸਮੇਂ ਓਨਟਾਰੀਓ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਨਵੇਂ ਸਾਲ ਤੋਂ $15 ਪ੍ਰਤੀ ਘੰਟੇ ਦੇ ਹਿਸਾਬ ਦੇ ਨਾਲ ਤਨਖਾਹ ਹੋ ਜਾਵੇਗੀ। ਅੱਗੇ ਹੁਣ ਤੁਹਾਨੂੰ ਦੱਸਾਂਗੇ ਕਿ ਟੋਰਾਂਟੋ ਵਿੱਚ ਇੱਕ ਪੁਲਿਸ ਥਾਣੇ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ। ਟੋਰਾਂਟੋ ਵਿੱਚ ਇੱਕ ਛੋਟੇ ਪੁਲਿਸ ਥਾਣੇ ਦੇ ਉੱਤੇ ਗੋਲੀਆਂ ਚਲਾਉਣ ਦਾ ਮਾਮਲਾ ਪਿਛਲੇ ਹਫ਼ਤੇ ਸਾਹਮਣੇ ਆਇਆ, ਜਿਸ ਦੇ ਬਾਰੇ ਪੁਲਿਸ ਨੇ ਹੁਣ ਇੱਕ ਤਸਵੀਰ ਜਾਰੀ ਕੀਤੀ ਹੈ, ਜੋ ਕਿ ਉਸ ਗੱਡੀ ਦੀ ਤਸਵੀਰ ਹੈ ਜਿਸ ਦੇ ਵਿੱਚ ਸ਼ੱਕੀ ਵਿਅਕਤੀ ਆਏ ਸਨ, ਜਿਨ੍ਹਾਂ ਨੇ ਇਮਾਰਤ ਦੇ ਉੱਤੇ ਗੋਲੀਆਂ ਚਲਾਈਆਂ। ਅਕਤੂਬਰ 29 ਨੂੰ ਰਾਤ ਦੇ 8:05 ਦਾ ਸਮਾਂ ਸੀ ਜਦੋਂ ਪੁਲਿਸ ਅਧਿਕਾਰੀਆਂ ਨੂੰ ਪਤਾ ਲੱਗਿਆ ਕਿ 55 ਡਿਵੀਜ਼ਨ ਸਬ ਸਟੇਸ਼ਨ, ਜੋ ਕਿ ਕਾਕਸਵੈਲ ਐਵੇਨਿਊ ਦੇ ਉੱਤੇ ਮੌਜੂਦ ਹੈ, ਜਿਸ ਨੂੰ ਪਹਿਲਾਂ 54 ਡਿਵੀਜ਼ਨ ਦੇ ਵਜੋਂ ਜਾਣਿਆ ਜਾਂਦਾ ਸੀ, ਉੱਥੇ ਖਿੜਕੀਆਂ ਟੁੱਟੀਆਂ ਨੇ। ਜਦੋਂ ਉਹ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਕਿ ਇਮਾਰਤ ਦੇ ਬਾਹਰ ਕਾਫੀ ਗੋਲੀਆਂ ਲੱਗਣ ਦੇ ਨਿਸ਼ਾਨ ਮੌਜੂਦ ਸਨ ਤੇ ਖਿੜਕੀਆਂ ਵੀ ਟੁੱਟੀਆਂ ਹੋਈਆਂ ਸੀ ਬਾਹਰਲੇ ਪਾਸੇ। ਤੇ ਇਮਾਰਤ ਦੇ ਜਦੋਂ ਅੰਦਰ ਦਾਖਲ ਹੁੰਦੇ ਨੇ ਉੱਥੇ ਕਾਫੀ ਤਿੱਖੀਆਂ ਚੀਜ਼ਾਂ ਸੁੱਟੀਆਂ ਹੋਈਆਂ ਸਨ, ਜਿਵੇਂ ਕਿ ਮੇਖਾਂ, ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਕੋਈ ਜ਼ਖਮੀ ਤਾਂ ਨਹੀਂ ਹੋਇਆ, ਪਰ ਜਾਂਚ ਟੀਮ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਹ ਕਾਫੀ ਅਜੀਬ ਲੱਗਿਆ ਕਿਉਂਕਿ ਗੋਲੀਆਂ ਉਸ ਇਮਾਰਤ ਦੇ ਉੱਤੇ ਚਲਾਈਆਂ ਗਈਆਂ ਜਿੱਥੇ ਕਿ ਸਿਰਫ ਪੁਲਿਸ ਵਾਲੇ ਹੀ ਆ ਸਕਦੇ ਨੇ, ਆਮ ਲੋਕਾਂ ਨੂੰ ਉੱਥੇ ਆਉਣ ਦੀ ਇਜਾਜ਼ਤ ਨਹੀਂ ਹੈ। ਤੇ ਇਸ ਘਟਨਾ ਦੇ ਵਾਪਰਨ ਤੋਂ ਕਰੀਬ 90 ਮਿੰਟ ਬਾਅਦ ਉਸੇ ਰਾਤ ਪੁਲਿਸ ਨੂੰ ਸ਼ਿਕਾਇਤ ਮਿਲੀ ਕਿ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇ, ਜੋ ਕਿ ਐਗਲਿੰਟਨ ਐਵੇਨਿਊ ਦੇ ਨੇੜੇ ਨੇ। ਤੇ ਇਸ ਦੇ ਨਾਲ ਹੀ ਇਹ ਵੀ ਪਤਾ ਲੱਗਿਆ ਕਿ ਇਸੇ ਗੱਡੀ ਦੇ ਵਿੱਚ ਸ਼ੱਕੀ ਵਿਅਕਤੀ ਮੌਜੂਦ ਸਨ, ਜਿਨ੍ਹਾਂ ਨੇ ਘਰ ਦੇ ਉੱਤੇ ਕਈ ਗੋਲੀਆਂ ਚਲਾਈਆਂ। ਇਸ ਮੌਕੇ ਵੀ ਕੋਈ ਵੀ ਜ਼ਖਮੀ ਤਾਂ ਨਹੀਂ ਹੋਇਆ, ਪਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਅੱਗੇ ਜਾਣਕਾਰੀ ਹੈ ਕਿ ਜੋ ਇੰਟਰਨੈਸ਼ਨਲ ਫਲਾਈਟਾਂ ਕੈਨੇਡਾ ਵਿੱਚ ਲੈਂਡ ਹੋਣ ਦੇ ਵਾਸਤੇ ਹੋਰ ਏਅਰਪੋਰਟਸ ਨੂੰ ਵੀ ਇਜਾਜ਼ਤ ਦਿੱਤੀ ਜਾ ਰਹੀ ਹੈ, ਉਸ ਦੇ ਬਾਰੇ ਦੱਸਾਂਗੇ।
ਟਰਾਂਸਪੋਰਟ ਕੈਨੇਡਾ ਵਿਭਾਗ ਨੇ ਤਾਜ਼ਾ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਕੋਵਿਡ-19 ਦੇ ਕਰਕੇ ਟਰੈਵਲ ਦੇ ਲਈ ਜੋ ਸਖਤ ਹਦਾਇਤਾਂ ਲਾਗੂ ਨੇ ਉਸ ਦੇ ਵਿੱਚ ਹੋਰ ਜ਼ਿਆਦਾ ਢਿੱਲ ਦਿੱਤੀ ਜਾ ਰਹੀ ਹੈ। ਹੁਣ ਤੱਕ ਤਾਂ ਇਹ ਕੀਤਾ ਹੋਇਆ ਸੀ ਕਿ ਕੈਨੇਡਾ ਵਿੱਚ ਇੰਟਰਨੈਸ਼ਨਲ ਫਲਾਈਟਸ ਸਿਰਫ 4 에ਅਰਪੋਰਟਸ ਦੇ ਉੱਤੇ ਹੀ ਆ ਸਕਦੀਆਂ ਸਨ, ਕੈਲਗਰੀ, ਟੋਰਾਂਟੋ, ਮੌਂਟਰੀਅਲ ਤੇ ਵੈਨਕੂਵਰ। ਪਰ ਹੁਣ ਹੋਰ ਵੀ 에ਅਰਪੋਰਟਸ ਦੇ ਉੱਤੇ ਇੰਟਰਨੈਸ਼ਨਲ ਫਲਾਈਟਸ ਆ ਸਕਣਗੀਆਂ, ਜਿਸ ਦੀ ਇਜਾਜ਼ਤ 30 ਨਵੰਬਰ ਤੋਂ ਮਿਲ ਰਹੀ ਹੈ, ਜਿਸ ਦੇ ਵਿੱਚ ਕਲੋਨਾ, ਵਿਕਟੋਰੀਆ, ਐਬਸਫਰਡ, ਰਜਾਈਨਾ, ਸਸਕਾਤੂਨ, ਵਾਟਰਲੂ ਇਹ 에ਅਰਪੋਰਟ ਸ਼ਾਮਲ ਨੇ, ਜਿਸ ਦੇ ਵਿੱਚ ਇੰਟਰਨੈਸ਼ਨਲ ਫਲਾਈਟਸ ਆ ਸਕਣਗੀਆਂ। ਜੋ ਇਹ ਜਾਣਕਾਰੀ ਦਿੱਤੀ ਗਈ ਹੈ ਟਰਾਂਸਪੋਰਟ ਮੰਤਰੀ ਓਮਰ ਅਲਗਾਬਰਾ ਦੇ ਵੱਲੋਂ, ਜਿਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਵੈਕਸੀਨ ਪਾਸਪੋਰਟ ਦੇਖੇ ਜਾਣਗੇ। ਇਸ ਦੇ ਬਾਰੇ ਵੀ ਪੂਰਾ ਇੰਤਜ਼ਾਮ ਇਹਨਾਂ 에ਅਰਪੋਰਟਸ ਦੇ ਉੱਤੇ ਕੀਤਾ ਜਾ ਰਿਹਾ ਹੈ ਕਿ ਇੰਟਰਨੈਸ਼ਨਲ ਫਲਾਈਟਸ ਜਦੋਂ ਆਉਣਗੀਆਂ ਤਾਂ ਜਿਹੜੇ ਯਾਤਰੀ ਬਾਹਰਲੇ ਮੁਲਕਾਂ ਤੋਂ ਆਉਣਗੇ ਉਹਨਾਂ ਦੇ ਟੀਕੇ ਲੱਗੇ ਹੋਣ ਦੇ ਸਬੂਤ ਤੇ ਨਾਲ ਹੀ ਕੋਵਿਡ-19 ਦੇ ਨਾਲ ਸੰਬੰਧਿਤ ਹੋਰ ਹਦਾਇਤਾਂ ਜੋ ਯਾਤਰੀਆਂ ਦੇ ਲਈ ਲਾਗੂ ਨੇ ਉਹ ਕਿਸ ਤਰ੍ਹਾਂ ਦੇਖੀਆਂ ਜਾਣੀਆਂ ਨੇ ਤੇ ਇਸ ਉੱਤੇ ਪੂਰੀ ਤਰ੍ਹਾਂ ਕੰਮ ਕੀਤਾ ਜਾਵੇ। ਉਹ ਉਸੇ ਤਰ੍ਹਾਂ ਚੱਲੇਗਾ ਜਿਸ ਨੂੰ ਲੈ ਕੇ ਹਦਾਇਤਾਂ 에ਅਰਪੋਰਟਸ ਨੂੰ ਵੀ ਦਿੱਤੀਆਂ ਗਈਆਂ ਨੇ ਤੇ ਨਾਲ ਹੀ ਇਹ ਸਰਵਿਸ ਹੋਰ ਜ਼ਿਆਦਾ ਸ਼ੁਰੂ ਹੋਣ ਦੇ ਨਾਲ ਯਾਤਰੀਆਂ ਦੀ ਗਿਣਤੀ ਵੀ ਵਧੇਗੀ। ਇਸ ਦੇ ਨਾਲ ਇਹਨਾਂ 에ਅਰਪੋਰਟਸ ਨੂੰ ਵਿੱਤੀ ਪੱਧਰ ਦੇ ਉੱਤੇ ਵੀ ਫਾਇਦਾ ਹੋਵੇਗਾ। ਅੱਗੇ ਜਾਣਕਾਰੀ ਹੈ ਕਿ ਕੈਨੇਡਾ ਵਿੱਚ ਵੱਡੀ ਗਿਣਤੀ ਪ੍ਰਵਾਸੀਆਂ ਨੂੰ ਇਸ ਸਮੇਂ ਪੱਕਾ ਕੀਤੇ ਜਾ ਰਿਹਾ ਹੈ। ਸਤੰਬਰ ਦੇ ਅੰਕੜੇ ਇਸ ਨੂੰ ਬਿਆਨ ਕਰਦੇ ਨੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਅੰਕੜੇ ਸਾਂਝੇ ਕੀਤੇ ਨੇ, ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਸਤੰਬਰ ਮਹੀਨੇ ਉਹਨਾਂ ਨੇ ਕਿੰਨੇ ਨਵੇਂ ਪ੍ਰਵਾਸੀਆਂ ਦਾ ਕੈਨੇਡਾ ਵਿੱਚ ਸਵਾਗਤ ਕੀਤਾ ਹੈ। ਇਸ ਮੌਕੇ ਇਮੀਗ੍ਰੇਸ਼ਨ, ਰਿਫਿਊਜੀਜ਼ ਤੇ ਸਿਟੀਜ਼ਨਸ਼ਿਪ ਕੈਨੇਡਾ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਸਤੰਬਰ ਮਹੀਨੇ ਵਿੱਚ ਸਾਲ 2021 ਵਿੱਚ 45,000 ਜਣਿਆਂ ਨੂੰ ਪੱਕੇ ਕੀਤਾ ਗਿਆ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਅੰਕੜਾ ਮੰਨਿਆ ਜਾ ਰਿਹਾ ਹੈ ਕਿ ਇੱਕ ਮਹੀਨੇ ਵਿੱਚ ਇੰਨੀ ਵੱਡੀ ਗਿਣਤੀ ਵਿੱਚ ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਪੱਕੇ ਕੀਤਾ ਗਿਆ ਹੋਵੇ, ਜਿਸ ਦੇ ਬਾਰੇ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਹੁਣ ਤੱਕ ਔਸਤਨ 25,000 ਤੋਂ 35,000 ਤੱਕ ਅੰਕੜੇ ਸਾਹਮਣੇ ਆਉਂਦੇ ਸਨ, ਜੋ ਕਿ ਕੋਵਿਡ-19 ਦੀ ਮਹਾਮਾਰੀ ਤੋਂ ਪਹਿਲਾਂ ਹਰ ਮਹੀਨੇ ਪ੍ਰਵਾਸੀਆਂ ਨੂੰ ਪੱਕੇ ਕੀਤੇ ਜਾਣ ਦੀ ਗਿਣਤੀ ਸੀ, ਜੋ ਕਿ ਅਪ੍ਰੈਲ 2020 ਦੇ ਵਿੱਚ ਕਾਫੀ ਘੱਟ ਹੋ ਗਈ ਸੀ। 4,000 ਤੱਕ ਇਹ ਗਿਣਤੀ ਪਹੁੰਚ ਗਈ ਸੀ, ਪਰ ਉਸ ਤੋਂ ਬਾਅਦ ਲਗਾਤਾਰ ਹਰ ਮਹੀਨੇ ਇਸ ਗਿਣਤੀ ਦੇ ਵਿੱਚ ਵਾਧਾ ਹੁੰਦਾ ਗਿਆ। ਜਿਵੇਂ ਕਿ ਸਾਲ 2020 ਦੇ ਵਿੱਚ ਟੀਚਾ ਸੀ ਕੈਨੇਡਾ ਸਰਕਾਰ ਦਾ ਕਿ 3,41,000 ਜਣਿਆਂ ਨੂੰ ਪੱਕੇ ਕੀਤਾ ਜਾਵੇ, ਪਰ ਕੋਵਿਡ-19 ਦੇ ਕਰਕੇ 1,84,000 ਜਣਿਆਂ ਨੂੰ ਹੀ ਪੱਕੇ ਕੀਤਾ ਜਾ ਸਕਿਆ। ਤਾਂ ਹੁਣ ਸਾਲ 2021 ਦੇ ਵਿੱਚ 4,01,000 ਜਣਿਆਂ ਨੂੰ ਪੱਕੇ ਕਰਨ ਦਾ ਟੀਚਾ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਟੀਚੇ ਨੂੰ ਪੂਰਾ ਕੀਤਾ ਜਾਂਦਾ ਹੈ ਜਾਂ ਨਹੀਂ। ਤੇ ਇਸ ਸਮੇਂ ਉਮੀਦ ਵੀ ਕੀਤੀ ਜਾ ਰਹੀ ਹੈ ਕਿ ਨਵੰਬਰ 12 ਤੋਂ ਬਾਅਦ ਕੋਈ ਵੱਡਾ ਐਲਾਨ ਹੋ ਸਕਦਾ ਹੈ। ਇਸ ਬਾਰੇ ਜਿਵੇਂ ਹੀ ਕੋਈ ਜਾਣਕਾਰੀ ਸਾਹਮਣੇ ਆਵੇਗੀ ਉਸ ਤੁਹਾਨੂੰ ਦੱਸਾਂਗੇ। ਅੱਗੇ ਜਾਣਕਾਰੀ ਰਿਚਮੰਡ ਤੋਂ ਹੈ, ਜਿੱਥੇ ਕਿ ਇੱਕ ਗੰਭੀਰ ਸੜਕ ਹਾਦਸਾ ਅੱਜ ਵਾਪਰਿਆ। ਮੰਗਲਵਾਰ ਦੀ ਸਵੇਰ ਨੂੰ ਰਿਚਮੰਡ ਦੇ ਵਿੱਚ ਇੱਕ ਗੰਭੀਰ ਹਾਦਸਾ ਵਾਪਰਿਆ ਜਦੋਂ ਨੰਬਰ 4 ਰੋਡ ਤੇ ਵੈਸਟਮਿੰਸਟਰ ਹਾਈਵੇ ਦੇ ਉੱਤੇ ਇੱਕ ਟਰੱਕ ਤੇ ਇੱਕ ਵਾਹਨ ਤੇ ਇੱਕ ਤੁਰਾ ਜਾਂਦਾ ਵਿਅਕਤੀ ਦੱਸਿਆ ਗਿਆ ਹੈ, ਜੋ ਕਿ ਹਾਦਸੇ ਦਾ ਸ਼ਿਕਾਰ ਹੋਇਆ ਤੇ ਤੁਰੇ ਜਾਂਦੇ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਦੇ ਬਾਰੇ ਵੀ ਜਾਣਕਾਰੀ ਹੁਣ ਤੱਕ ਸਾਹਮਣੇ ਆ ਰਹੀ ਹੈ। ਪੁਲਿਸ ਨੇ ਵਿਸਥਾਰ ਦੇ ਵਿੱਚ ਮਾਮਲੇ ਬਾਰੇ ਹਜੇ ਜਾਣਕਾਰੀ ਦੱਸਣੀ ਹੈ ਕਿ ਆਖਿਰ ਇਹ ਹਾਦਸਾ ਕਿਵੇਂ ਵਾਪਰਿਆ ਤੇ ਕਿੰਨੇ ਵਿਅਕਤੀ ਇਸ ਦੀ ਚਪੇਟ ਵਿੱਚ ਆਏ ਨੇ। ਪਰ ਇਸ ਮੌਕੇ ਇਹ ਜ਼ਰੂਰ ਪਾਇਆ ਗਿਆ ਕਿ ਟਰੱਕ ਦੇ ਵਿੱਚ ਜਿਉਂਦੀਆਂ ਮੱਛੀਆਂ ਮੌਜੂਦ ਸਨ ਤੇ ਜਦੋਂ ਹਾਦਸਾ ਵਾਪਰਿਆ ਉਹ ਮੱਛੀਆਂ ਸੜਕ ਦੇ ਉੱਤੇ ਖਿੰਡ ਗਈਆਂ ਤੇ ਮੱਛੀਆਂ ਦੀ ਮੌਤ ਵੀ ਹੋ ਗਈ, ਜਿਸ ਤੋਂ ਬਾਅਦ ਹਜੇ ਇਸ ਮਾਮਲੇ ਦੇ ਬਾਰੇ ਪੁਲਿਸ ਵੱਲੋਂ ਹੋਰ ਜ਼ਿਆਦਾ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਤੇ ਜਿਵੇਂ ਹੀ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਆਵੇਗੀ ਅਸੀਂ PNCN ਦੇ ਉੱਤੇ ਦੱਸਾਂਗੇ। ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਦੀ ਤਬੀਅਤ ਦੇ ਬਾਰੇ। ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜੌਨ ਹੌਰਗਨ ਦੀ ਸਰਜਰੀ ਹੋ ਚੁੱਕੀ ਹੈ, ਜੋ ਕਿ ਸਫਲ ਰਹੀ ਹੈ, ਜਿਸ ਤੋਂ ਬਾਅਦ ਉਹ ਠੀਕ ਮਹਿਸੂਸ ਕਰ ਰਹੇ ਨੇ, ਜਿਸ ਦੇ ਬਾਰੇ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਦਫ਼ਤਰ ਤੋਂ ਸਾਂਝੀ ਕੀਤੀ ਗਈ ਹੈ। ਮੰਗਲਵਾਰ ਨੂੰ ਜਾਣਕਾਰੀ ਸਾਹਮਣੇ ਆਈ ਕਿ ਵਰਚੁਅਲੀ ਯਾਨੀ ਕਿ ਆਨਲਾਈਨ ਉਹਨਾਂ ਦੇ ਵੱਲੋਂ ਬੈਠਕਾਂ ਦੇ ਵਿੱਚ ਹਿੱਸਾ ਵੀ ਲਿਆ ਜਾ ਰਿਹਾ ਹੈ ਤੇ ਨਾਲ ਹੀ ਇਸ ਹਫ਼ਤੇ ਦੀ ਪ੍ਰੈਸ ਕਾਨਫਰੰਸ ਵੀ ਉਹਨਾਂ ਦੇ ਵੱਲੋਂ ਵਰਚੁਅਲੀ ਕੀਤੀ ਜਾਵੇਗੀ। ਇਸ ਦੌਰਾਨ ਦੱਸਿਆ ਗਿਆ ਹੈ ਕਿ ਉਹਨਾਂ ਦੀ ਹਾਲਤ ਹੁਣ ਠੀਕ ਹੈ ਪਹਿਲਾਂ ਨਾਲੋਂ ਤੇ ਨਾਲ ਹੀ ਆਉਂਦੇ ਦਿਨਾਂ ਦੇ ਵਿੱਚ ਹੋਰ ਜ਼ਿਆਦਾ ਇਲਾਜ ਦੇ ਵਿੱਚ ਉਹਨਾਂ ਨੂੰ ਲੰਘਣਾ ਪੈ ਸਕਦਾ ਹੈ, ਪਰ ਇਸ ਸਮੇਂ
ਉਹਨਾਂ ਦੀ ਹਾਲਤ ਵਿੱਚ ਸੁਧਾਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਦਰਅਸਲ ਲੰਘੇ ਵੀਰਵਾਰ ਨੂੰ ਪ੍ਰੀਮੀਅਰ ਜੌਨ ਹੌਰਗਨ ਨੇ ਦੱਸਿਆ ਸੀ ਕਿ ਉਹਨਾਂ ਦੇ ਗਲੇ ਦੇ ਵਿੱਚ ਕੋਈ ਗੱਠ ਬਣੀ ਹੋਈ ਹੈ, ਜਿਸ ਨੂੰ ਲੈ ਕੇ ਉਹ ਬਾਇਓਪਸੀ ਸਰਜਰੀ ਦੇ ਵਾਸਤੇ ਜਾ ਰਹੇ ਨੇ। ਸ਼ੁੱਕਰਵਾਰ ਨੂੰ ਉਹਨਾਂ ਦੀ ਸਰਜਰੀ ਹੋਈ ਸੀ, ਜਿਸ ਤੋਂ ਬਾਅਦ ਹੁਣ ਮੰਗਲਵਾਰ ਨੂੰ ਦੱਸਿਆ ਗਿਆ ਹੈ ਕਿ ਉਹ ਪਹਿਲਾਂ ਨਾਲੋਂ ਵਧੀਆ ਮਹਿਸੂਸ ਕਰ ਰਹੇ ਨੇ। ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਪ੍ਰੀਮੀਅਰ ਜੌਨ ਹੌਰਗਨ ਦੀ ਉਮਰ 62 ਸਾਲ ਹੈ ਤੇ ਉਹਨਾਂ ਨੂੰ ਇੱਕ ਵਾਰ ਪਹਿਲਾਂ ਬਲੈਡਰ ਕੈਂਸਰ ਵੀ ਹੋਇਆ ਸੀ, ਜਦੋਂ ਉਹ ਆਪਣੇ 40 ਸਾਲ ਦੇ ਕਰੀਬ ਦੀ ਉਮਰ ਦੇ ਵਿੱਚ ਸਨ।